ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ, ਸੇਵਾ ਦਾ ਸਮਾਂ ਦਿੱਤਾ ਹੈ। ਵੱਡਿਆਂ ਕਰਮਾਂ ਵਾਲੇ ਮਾਈ ਭਾਈ ਸਮੇਂ ਦਾ ਲਾਹਾ ਪ੍ਰਾਪਤ ਕਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਜੋ ਗੁਰੂ ਦੀ ਬਾਣੀ ਪੜ੍ਹਨ ਸੁਣਨ ਦਾ ਸਾਨੂੰ ਸਭ ਨੂੰ ਇਹ ਸਮਾਂ ਮਿਲਿਆ ਹੈ। ਦਾਤੇ ਦੀ ਕਿਰਪਾ ਦਾ ਸਦਕਾ ਲੜੀਵਾਰ ਕਥਾ ਵਿਚਾਰ ਕਰਨ ਸੁਣਨ ਦਾ ਸਮਾਂ ਮਿਲਿਆ ਹੈ। ਆਓ ਗੁਰਮੁਖੋ ਜਿੰਨਾ ਕੁ ਸਮਾਂ ਮਹਾਰਾਜ ਬਖਸ਼ਦੇ ਨੇ ਯਤਨ ਕਰੀਏ, ਮਨ ਕਰਕੇ ਜੁੜੀਏ ਗੁਰੂ ਦੇ ਚਰਨਾਂ 'ਚ। ਸਾਡੀ ਹਾਜ਼ਰੀ ਕਬੂਲੀ ਜਾਵੇ। ਹਾਜ਼ਰੀ ਪ੍ਰਵਾਨ ਤਾਂ ਹੋਣੀ ਆ ਅਗਰ ਅਸੀਂ ਜਿਹਦੀ ਸ਼ਰਨ ਵਿੱਚ, ਜਿਹਦੇ ਚਰਨਾਂ 'ਚ ਆ ਰਹੇ ਹਾਂ, ਉਸ ਗੁਰੂ ਨੂੰ, ਦਾਤੇ ਨੂੰ ਹਾਜ਼ਰ ਨਾਜ਼ਰ ਸਮਝ ਲਈਏ, ਜਾਣ ਲਈਏ। ਮਹਾਰਾਜ ਹਾਜ਼ਰ ਨੇ, ਹਰ ਥਾਂ ਪ੍ਰਤੱਖ ਨੇ, ਤਾਂ ਉਹਦੇ ਚਰਨਾਂ 'ਚ ਹਾਜ਼ਰੀ ਪ੍ਰਵਾਨ ਹੋ। ਨਹੀਂ ਜੇ ਚਤੁਰਾਈ ਹੈ, ਚਲਾਕ ਬਣਦਾ ਬੰਦਾ, ਕਰੀ ਜਾਵੇ ਲੱਖ ਚਲਾਕੀਆਂ। ਗੁਰਮੁਖੋ ਚਤੁਰਾਈ ਨਾਲ ਚਤੁਰਭੁਜ ਪਾਈ ਹੈ, ਉਹ ਚਲਾਕੀਆਂ ਨਾਲ ਨਹੀਂ ਮਿਲਦਾ। ਹਾਂ, ਦੁਨੀਆ ਨਾਲ ਕਰ ਲਾਂਗੇ ਚਲਾਕੀਆਂ, ਉਹਦੇ ਨਾਲ ਨਹੀਂ ਹੋਣਗੀਆਂ। ਕੋਸ਼ਿਸ਼ ਕਰੀਏ ਭੋਲੇ ਭਾਏ ਮਿਲੇ ਰਘੂ ਰਾਇਆ, ਉਹ ਭੋਲੇਪਣ 'ਚ ਮਿਲਦਾ। ਸਿੱਧੇ ਸਾਧੇ ਜੇ ਹੋ ਕੇ, ਭੋਲੇ ਜੇ ਬਣ ਕੇ ਅਵਸਥਾ ਬਣਦੀ ਆ, ਐਵੇਂ ਨਹੀਂ। ਪਿੱਛੇ ਜੋ ਵਿਚਾਰਿਆ ਸੀ ਆਪਾਂ, ਪਰਮੇਸ਼ਰ ਦਾ ਨਾਮ ਜਿਹੜਾ ਨਾ, ਬੰਦਗੀ ਜਿਹੜੀ ਹੈ, ਉਹ ਇਤਨੀ ਕੁ ਕੀਮਤੀ ਹੈ, ਇਤਨਾ ਕੁ ਅਮੋਲਕ ਹੈ ਪਰਮੇਸ਼ਰ ਦਾ ਨਾਮ ਕਿ ਉਹਦੇ ਬਰਾਬਰ ਦੀ ਕੋਈ ਆ ਤਿੰਨੇ ਲੋਕਾਂ 'ਚ ਚੀਜ਼ ਨਹੀਂ, ਕੋਈ ਵਸਤੂ ਨਹੀਂ। ਪਰਮੇਸ਼ਰ ਦੇ ਨਾਮ ਦਾ ਕੋਈ ਮੁੱਲ ਨਹੀਂ ਆ, ਉਹਦੇ ਬਰਾਬਰ ਦਾ ਕੋਈ ਵੀ ਐਸਾ ਪਦਾਰਥ ਨਹੀਂ, ਕੋਈ ਵੀ ਐਸੀ ਵਸਤੂ ਨਹੀਂ ਜਿਹੜੀ ਅਸੀਂ
ਇੱਕ ਪਲੜੇ 'ਚ ਪਾ ਲਈਏ, ਦੂਜੇ 'ਚ ਪਾ ਲਈਏ ਨਾਮ, ਇਹ ਨਾਮ ਮਿਲ ਜੇ ਬਰਾਬਰ ਦਾ ਹੋ ਜਾਏ। ਹਰ ਨਾਮੈ ਤੁਲਨਾ ਪੂਜਈ, ਜੇ ਲੱਖ ਕੋਟੀ ਕਰਮ ਕਮਾਏ। ਬੰਦਾ ਲੱਖ ਕਰਮ ਧਰਮ ਜੇ ਕਰ ਲੇ, 2-4 ਸਾਧਨ ਕਰਦੇ ਆਪਾਂ ਕਰਮ ਧਰਮ ਜੇ, ਦਾਨ ਪੁੰਨ ਹੋਰ ਬੜਾ ਕੁਛ, ਐਸੇ ਲੱਖੀਂ ਕਰਮ ਕਰ ਲੇ ਬੰਦਾ, ਤਾਂ ਵੀ ਨਾਮ ਜਪਣ ਵਾਲਿਆਂ ਦੇ ਬਰਾਬਰ ਨਹੀਂ ਪਹੁੰਚ ਸਕਦਾ। ਅਗਲੇ ਬਚਨ ਮਹਾਰਾਜ ਕਰਦੇ ਆ ਕਿ ਅਰਧ ਸਰੀਰ ਕਟਾਈਐ, ਸਿਰ ਕਰਬਤ ਧਰਾਏ। ਜੇਕਰ ਕਾਂਸ਼ੀ ਦੇ ਵਿੱਚੋਂ ਬਨਾਰਸ, ਉੱਥੇ ਇੱਕ ਆਰ ਹੈ ਸ਼ਿਵਜੀ ਦਾ, ਕਰਬਤ ਨਾਮ ਆਰੇ ਦਾ, ਸਿਰ ਤੇ ਆਰਾ ਧਰਾ ਕੇ ਅਰਧ ਸਰੀਰ, ਅੱਧਾ ਸਰੀਰ ਚਰਵਾ ਲਏ ਬੰਦਾ। ਤਨਹਾ ਮੰਚਲ ਗਾਲੀ ਐ, ਪੀ ਮਨ ਤੇ ਰੋਗ ਨਾ ਜਾਏ। ਜੇਕਰ ਕਹਿੰਦੇ ਸਰੀਰ ਨੂੰ ਹੈ ਮੰਚਲ ਕਹੀਏ, ਹਿਮਾਲਿਆ ਭਾਵ ਬਰਫ਼ ਦੇ ਪਹਾੜਾਂ ਵਿੱਚ ਗਾਲ ਲਈਏ, ਗਾਲ ਲੈਣਾ ਕਰੇ ਬੰਦਾ, ਜਿਸ ਪ੍ਰਕਾਰ ਪੰਜੇ ਪਾਂਡਵ ਬਰਫ਼ ਦੇ ਪਹਾੜਾਂ ਵਿੱਚ ਰਹੇ, ਇਸ ਤਰ੍ਹਾਂ ਕਰਨ ਦੇ ਨਾਲ ਫੇਰ ਵੀ ਮਨ ਤੇ ਹਉਮੈ ਭਾਵ ਇਹ ਰੋਗ ਜਿਹੜੇ ਨੇ ਨਹੀਂ ਜਾਂਦੇ। ਮਨ ਦੀ ਮੈਲ ਜਿਹੜੀ ਆ, ਮਨ ਦੇ ਰੋਗ ਹਉਮੈ, ਵੀ ਮਨ ਤੇ ਰੋਗ ਨਾ ਜਾਏ। ਐਸੇ ਰੋਗਾਂ ਦੇ ਸਹਿਤ ਹੋ ਕੇ ਬਾਰ-ਬਾਰ ਜਨਮ ਜਿਹੜਾ ਹੈ ਬੰਦੇ ਨੂੰ ਧਾਰਨਾ ਪੈਂਦਾ, ਬਾਰ-ਬਾਰ ਮੰਨਣਾ ਪੈਂਦਾ। ਬਹੁਤ ਵਾਰ ਵਿਚਾਰ ਕੀਤੀ ਆਪਾਂ ਕਿ ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਬਤ ਧਰਾਏ। ਤੀਰਥਾਂ ਤੇ ਜਾ ਕੇ ਵਸ ਗਿਆ ਬੰਦਾ, ਆਪਣੇ ਆਪ ਨੂੰ ਚਰਵਾ ਲਿਆ ਉਸ ਆਰੇ ਦੇ ਨਾਲ ਕਿ ਮਨ ਦੀ ਮੈਲ ਦੂਰ ਹੋ ਜਾਊ। ਸਿਰ ਕਰਬਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਦ, ਜੇ ਲੱਖ ਯਤਨ ਕਰਾਏ। ਐਸੇ ਬੰਦਾ ਲੱਖੀਂ ਯਤਨ ਕਰ ਲਏ ਤਾਂ ਵੀ ਮਨ ਦੀ ਹਉਮੈ ਹੰਕਾਰ ਮੈਲ ਜਿਹੜੀ ਆ ਉਹ ਨਹੀਂ ਜਾਂਦੀ। ਹਿਮਾਲਿਆ ਤੇ ਜਾ ਕੇ ਬਹਿ ਜਾਏ, ਬਰਫ਼ 'ਚ ਆਪਣੇ ਆਪ ਨੂੰ ਗਾਲ ਲਏ, ਫਿਰ ਵੀ ਮਨ ਦੇ ਰੋਗ ਜਿਹੜੇ ਨੇ ਨਹੀਂ ਜਾਂਦੇ। ਬੰਦੇ ਨੂੰ ਬਾਰ-ਬਾਰ ਮਰਨਾ ਪੈਂਦਾ, ਜੰਮਣਾ ਪੈਂਦਾ। ਹਰ ਨਾਮੈ ਤੁਲ ਨਾ ਪੁੱਜਈ, ਸਭ ਡਿੱਠੀ ਠੋਕ ਬਜਾਏ। ਕਹਿੰਦੇ ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਵੀ ਸਾਧਨ ਪੁੱਜ ਨਹੀਂ ਸਕਦਾ। ਬਾਕੀ ਸਾਰੇ ਸਾਧਨ ਇਸ ਤਰ੍ਹਾਂ ਸਭ ਡਿੱਠੀ ਠੋਕ ਬਜਾਏ ਕਿ ਇਹ ਅਜਮਾਇਸ਼ ਭਾਵ ਪਰਖ ਕੇ ਦੇਖੇ ਨੇ। ਜਿਸ ਤਰ੍ਹਾਂ ਘੜੇ ਨੂੰ ਠੋਕਰ ਨਾਲ ਵਜਾ ਕੇ ਭਾਵ ਠੋਲੇ ਮਾਰ ਕੇ ਦੇਖਣਾ ਕਰੀਦਾ ਨਾ ਕਿ ਘੜਾ ਤਿੜਕਿਆ ਤਾਂ ਨਹੀਂ, ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਵਜਾ ਕੇ ਅਜਮਾਇਸ਼ ਕਰਕੇ ਵੇਖਣੀ ਕੀਤੀ ਹੈ ਕਿ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਆ। ਕਿ ਖੋਜਤ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਅਸੀਂ ਖੋਜ ਕੇ ਲੱਭ ਕੇ ਵੇਖ ਲਿਆ ਕਿ ਨਾਮ ਤੋਂ ਬਿਨਾ ਛੁਟਕਾਰਾ ਨਹੀਂ, ਨਾਮ ਦੇ ਬਰਾਬਰ ਦੀ ਕੋਈ ਚੀਜ਼ ਨਹੀਂ। ਤੇ ਮਹਾਰਾਜ ਕਹਿੰਦੇ ਆ ਜੀ, ਕੰਚਨ ਕੇ ਕੋਟ ਦਤ ਕਰੀ, ਬਹੁ ਹੈਵਰ ਗੈਵਰ ਦਾਨ। ਭਾਵੇਂ ਕੰਚਨ ਕਹੀਏ ਸੋਨੇ ਦੇ ਕਰੋੜਾਂ, ਮੋਹਰਾਂ ਦਤ ਕਹੀਏ ਦਾਨ ਕਰੀਏ, ਸੋਨਾ ਚਾਂਦੀ ਕਰੋੜਾਂ ਹੀ ਮੋਹਰਾਂ ਦਾਨ ਕਰੀਏ ਸੋਨੇ ਦੀਆਂ, ਭਾਵ ਸੋਨੇ ਦੇ ਕੋਟ ਕਹੀਏ, ਕਿਲੇ ਬਣਾ ਕੇ ਬੜੇ ਦਾਨ ਕੀਤੇ। ਘੋੜੇ ਬਰ ਸ੍ਰੇਸ਼ਟ ਦਰਿਆਈ ਘੋੜੇ,
ਹੈਬਰ ਗੈਬਰ ਹਾਥੀ, ਸ੍ਰੇਸ਼ਟ ਐਰਾਵਤ ਹਾਥੀ, ਇਹਨਾਂ ਸਾਰਿਆਂ ਦਾ ਬੰਦਾ ਦਾਨ ਕਰੇ। ਸ੍ਰੇਸ਼ਟ ਘੋੜੇ, ਸ੍ਰੇਸ਼ਟ ਹਾਥੀ, ਸਪੈਸ਼ਲ ਜਿਹੜੇ ਹੁੰਦੇ ਆ, ਖਾਸ ਕੋਈ। ਤੇ ਭੂਮ ਦਾਨ ਗਊਆਂ ਘਣੀ, ਪੀ ਅੰਤਰ ਗਰਭ ਗੁਮਾਨ। ਭੂਮ ਕਹੀਏ ਜ਼ਮੀਨ, ਧਰਤੀ ਦਾ ਵੀ ਦਾਨ ਕਰਦੇ ਬੰਦਾ। ਘਣੀ ਭਾਵ ਬਹੁਤੀਆਂ, ਵੀ ਆਪ ਘਣਾ ਹੈ, ਬੜਾ ਘਣਾ ਹੈ, ਘਣਾ ਜੰਗਲ, ਘਣਾ ਜੰਗਲ ਭਾਵ ਸੰਘਣਾ ਬਹੁਤ ਜ਼ਿਆਦਾ, ਬਹੁਤ ਗਊਆਂ ਦਾ ਦਾਨ ਕਰ ਦੇਵੇ ਬੰਦਾ, ਤਾਂ ਵੀ ਅੰਤਰ ਗਰਭ ਗੁਮਾਨ, ਤਾਂ ਵੀ ਗੁਮਾਨ ਭਾਵ ਹੰਕਾਰੀ ਪੁਰਖ ਦੇ ਹਿਰਦੇ 'ਚ, ਭਾਵ ਅੰਦਰ ਗਰਭ ਹੰਕਾਰ ਰਹਿੰਦਾ, ਮਾਣ ਰਹਿੰਦਾ ਕਿ ਮੈਂ ਦਾਨ ਕੀਤਾ। ਗਰਭ ਤੇ ਗੁਮਾਨ ਦੋ ਪਦ ਨੇ। ਇੱਕ ਭੂਮ ਦਾਨ ਤੇ ਲਾਉਣਾ, ਕਿ ਜ਼ਮੀਨਾਂ ਦਾਨ ਕਰਕੇ ਗਰਭ ਕਰਦਾ ਬੰਦਾ। ਦੂਸਰਾ ਗਊਆਂ ਦਾਨ ਕਰਕੇ ਗੁਮਾਨ ਕਰਦਾ, ਭਾਵ ਹੰਕਾਰ ਕਰਦਾ ਕਿ ਮੈਂ ਦਾਨ ਕੀਤਾ। ਗੁਰਮੁਖੋ ਤੇਰਾ ਦੀਆ ਤੁਝੇ ਕਿਆ ਰੱਖੋ। ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਆਪਾਂ ਕਿਸੇ ਨੂੰ ਕੀ ਦੇ ਸਕਦੇ ਹਾਂ, ਉਹਨੂੰ ਕੀ ਦੇ ਸਕਦੇ ਹਾਂ। ਜੇ ਉਹ ਨਾ ਹੀ ਦਿੰਦਾ ਆਪਾਂ ਕੀ ਕਰ ਲੈਂਦੇ। ਹੁਣ ਮੰਨ ਲੈਣਾ ਵੀ ਮੈਂ ਕਮਾਉਣਾ, ਠੀਕ ਹੈ, ਬੰਦਾ ਜਨਮ ਲਿਆ, ਵੱਡਾ ਹੋਇਆ, ਕਾਰੋਬਾਰ ਕੀਤਾ, ਕਰ ਰਿਹਾ ਸਾਰੇ ਆਪ। ਭੇਦ ਨੇ। ਵੈਸੇ ਤਾਂ ਲੱਗਦੀ ਹੈ ਕਿ ਬੰਦਾ ਜੇ ਆਹ ਕੁਛ ਆਪਾਂ ਨਾ ਕੀਤਾ, ਕੰਮ ਨਾ ਕੀਤਾ, ਗੁਜ਼ਾਰਾ ਨਹੀਂ ਹੋਣਾ। ਸਾਨੂੰ ਲੱਗਦਾ ਕੰਮ ਤੋਂ ਬਿਨਾਂ, ਕਿਰਤ ਤੋਂ ਬਿਨਾਂ ਗੁਜ਼ਾਰਾ ਨਹੀਂ। ਕਿਵੇਂ ਚੰਗਾ ਘਰ-ਬਾਰ ਹੋਏਗਾ, ਸਾਨੂੰ ਚਿੰਤਾ ਹੈ। ਤੇ ਗੁਰਸਿੱਖ ਪਿਆਰਿਓ, ਮਹਾਰਾਜ ਕਹਿੰਦੇ ਆ ਜਬ ਕਸ ਨਾ ਸਿਓ ਤਬ ਕਿਆ ਕਰਤਾ। ਜਦ ਅਸੀਂ ਕੁਝ ਵੀ ਨਹੀਂ ਸੀ ਸਾਰੀ, ਉਦੋਂ ਕੀ ਕਰ ਲੈਂਦੇ। ਮਾਂ ਦੇ ਪੇਟ 'ਚ ਕਿਹੜੇ ਹਲ ਚਲਾਉਂਦੇ ਸੀ ਅਸੀਂ, ਉੱਥੇ ਕਿਹੜੀ ਕਿਰਤ ਕਰਦੇ ਸਾਂ। ਉੱਥੇ ਵੀ ਤਾਂ ਦਿੱਤੀ ਆ ਨਾ ਉਹਨੇ, ਹੁਣ ਵੀ ਦੇ ਰਿਹਾ। ਭਾਵ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਹੁਣ ਮਤਲਬ ਇਹ ਵੀ ਨਹੀਂ ਲੈਣਾ ਕਿ ਬੰਦਾ ਅੰਦਰ ਵਿਹਲੀ ਬਹਿ ਜੇ, ਕੰਮੇ ਨਾ ਕਰੇ। ਭਾਵ ਇਹ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਤੁਰੇ ਰਹੋ ਉਹਦੀ ਰਜਾ 'ਚ। ਇਹ ਨਹੀਂ ਵੀ ਜਮੀ ਵਿਹਲੜੇ ਬਣ ਜਾਈਏ। ਬਾਬੇ ਨਾਨਕ ਨੇ ਸਾਨੂੰ ਵਿਹਲੜ ਨਹੀਂ ਬਣਾ, ਪਰ ਭਾਵ ਇਸੇ ਤੱਤ ਤੇ ਜਿਉਣਾ ਕਿ ਮੇਰੇ ਤੋਂ ਬਿਨਾਂ ਆਹ ਕੰਮ ਹੋਣੇ ਹੀ ਨਹੀਂ। ਜੇ ਮੈਂ ਨਾ ਕੀਤਾ, ਵਾਧੂ ਦਾ ਮਾਣ ਹੈ ਵੀ ਹੁੰਦਾ ਹੀ ਨਹੀਂ ਸੀ ਇਹ ਕੰਮ, ਮੈਂ ਹੀ ਕਰਦਾ। ਗੁਰਮੁਖੋ ਕੰਮ ਨਹੀਂ ਰੁਕਦੇ, ਬੰਦਾ ਰੁਕ ਜਾਂਦਾ ਹੈ। ਕੰਮ ਨਹੀਂ ਮੁੱਕਦੇ, ਬੰਦਾ ਮੁੱਕ ਜਾਂਦਾ ਹੈ। ਜਦ ਬੰਦਾ ਕੁਛ ਨਹੀਂ ਸੀ ਕਰਦਾ ਉਦੋਂ ਵੀ ਹੋਈ ਗਏ, ਜਦ ਅਸੀਂ ਨਹੀਂ ਰਵਾਂਗੇ ਉਦੋਂ ਵੀ ਹੋਈ ਜਾਣੇ ਨੇ ਕੰਮ। ਰੱਬ ਦੀ ਰਜ਼ਾ ਹੈ। ਭੇਦ ਨੇ। ਉਹਦੀਆਂ ਦਿੱਤੀਆਂ ਦਾਤਾਂ ਦਾ ਅਸੀਂ ਕੀ ਦੇਣਾ ਕਰ ਸਕਦੇ ਹਾਂ। ਜੇ ਕੁਛ ਇਤਨੇ ਕੁ ਜੋਗਰੇ ਬਣਾਇਆ, ਉਹਨੇ ਕੁਛ ਪਦਾਰਥ ਬਖਸ਼ੇ ਨੇ, ਮਾਣ ਨਾ ਕਰੀਏ ਵੀ ਮੈਂ ਕਰਦਾ। ਕਾਰਨ ਦਾਨ ਪੁੰਨ ਬੰਦਾ ਕਿਉਂ ਕਰਦਾ ਕਿ ਅੱਗੇ ਮਿਲਣ, ਅੱਗੇ ਮੈਨੂੰ ਮਿਲੇ। ਠੀਕ ਹੈ, ਮਿਲਦਾ। ਇਹ ਦਾਨ ਪੁੰਨ ਕਰਕੇ ਬੰਦੇ ਦੇ ਅੰਦਰ ਕਾਮਨਾ ਵੱਧਦੀ ਆ। ਮੈਂ ਇੰਨਾ ਦਾਨ ਕੀਤਾ, ਮੈਨੂੰ ਆਹ ਮਿਲ ਜੇ, ਮੈਂ ਆਹ ਕਰਿਆ, ਮੈਨੂੰ ਆਹ ਮਿਲ ਜੇ। ਮਿਲੂ, ਪਰ ਅਸਲ ਦੇ ਵਿੱਚ ਪਰਮਾਰਥ ਜਿਹੜਾ ਨਾ, ਪਰਮਾਰਥ ਭਾਵ ਮੁਕਤੀ ਦਾ ਰਾਹ, ਤੈਂ ਪਦ ਦੀ ਅਵਸਥਾ ਜਿਹੜੀ ਆ, ਸੱਚਖੰਡੀ ਅਵਸਥਾ ਜਿਹੜੀ ਆ, ਜਿੱਥੇ ਬੰਦਾ ਪਰਮੇਸ਼ਰ ਦੇ ਵਿੱਚ ਅਭੇਦ ਹੋਣਾ ਹੈ। ਦਿਮਾਗ ਖੁਰਚ ਕੇ ਗੱਲ ਵਿਚਾਰ ਸੁਣਨੀ ਪਊ ਤਾਂ ਸਮਝ ਆਊ। ਤੈਂ ਪਦ ਦਾ ਅਰਥ ਜਿਹੜਾ, ਲੱਖ ਪਦ ਦਾ ਅਰਥ ਜਿਹੜਾ, ਸੱਚਖੰਡੀ ਅਵਸਥਾ ਜਿਹੜੀ ਆ, ਉਹ ਕੀ ਹੈ? ਉਹ ਤਾਂ ਮਿਲਣੀਆਂ ਜੇ ਮਨ ਵਿੱਚੋਂ ਕਾਮਨਾਵਾਂ ਖਤਮ ਹੋਣਗੀਆਂ। ਅਸੀਂ ਤਾਂ ਸੁੱਤੇ ਪਏ ਵੀ ਮੰਗਦੇ ਹਾਂ, ਪੈਰ ਪੈਰ ਤੇ ਮੰਗਦੇ ਹਾਂ, ਸਾਡਾ ਰੋਮ ਰੋਮ ਮੰਗਦਾ ਹੈ, ਬਸ ਮੰਗਣੋਂ ਹਟਣਾ। ਦਾਨ ਪੁੰਨ ਕਰਨੇ ਵੀ ਅੱਗੇ ਮਿਲਣਗੇ, ਮਿਲਦੇ ਰਹਿਣਗੇ। ਫਿਰ ਉਹ ਦਾਨ ਪੁੰਨ ਕਰਦੇ ਰਵਾਂਗੇ, ਕਰਦੇ ਜਾਵਾਂਗੇ ਪ੍ਰੇਮੀਓ। ਉਹਦੇ ਨਾਲ ਕਾਮਨਾਵਾਂ ਵਧਣਗੀਆਂ,
ਉਮਰ ਤਾਂ ਘਟ ਰਹੀ ਹੈ। ਫਿਰ ਉਹ ਕਾਮਨਾਵਾਂ ਨੂੰ ਜਿੰਨਾ ਵੀ ਅਸੀਂ ਦਾਨ ਪੁੰਨ ਕੀਤਾ ਨਾ, ਬੀਜਿਆ ਜਿਹੜਾ ਵੀ ਹੈ, ਦੁੱਖ ਦਾ ਸੁੱਖ ਦਾ ਚੰਗਾ ਮਾੜਾ ਜੋ ਵੀ ਬੀਜ ਰਹੇ ਆ, ਉਹਨੂੰ ਉੱਗਣ ਵਾਸਤੇ ਥਾਂ ਵੀ ਚਾਹੀਦੀ ਹੈ ਨਾ, ਜਗ੍ਹਾ ਚਾਹੀਦੀ ਹੈ, ਸਮਾਂ ਚਾਹੀਦਾ। ਫਿਰ ਸਮਾਂ ਮਿਲੂ ਅੱਗੇ। ਆਹ ਸਰੀਰ ਤਾਂ ਖਤਮ ਹੋ ਜਾਣਾ ਮਨੁੱਖਾ ਦੇ ਹੀ, ਤਾਂ ਹੁਣ ਅੱਗੇ ਪਤਾ ਨਹੀਂ ਵੀ ਬੰਦੇ ਦੀ ਜੂਨੀ ਮਿਲਣੀ ਜਾਂ ਕਿਸੇ ਗਧੇ ਕੁੱਤੇ ਬਿੱਲੇ ਦੀ ਜੂਨੀ ਮਿਲਣੀ ਹੈ, ਕੋਈ ਪਤਾ ਨਹੀਂ। ਮਿਲੂ ਜ਼ਰੂਰ ਜੇ ਕਾਮਨਾਵਾਂ ਵੱਧ ਗਈਆਂ। ਬੰਦਾ ਕਰਦਾ ਕਾਮਨਾਵਾਂ, ਇੱਛਾਵਾਂ ਰੱਖਦਾ ਦਾਨ ਪੁੰਨ ਕਰਕੇ। ਅਸਲ ਦੇ ਵਿੱਚ ਕਰਨਾ ਸਭ ਕੁਛ, ਇਹ ਨਹੀਂ ਵੀ ਛੱਡ ਦਈਏ ਦਾਨ ਪੁੰਨ ਕਰਨਾ। ਕਾਮਨਾ ਕੋਈ ਨਾ ਹੋਵੇ, ਪਰਮਾਰਥ ਦਾ ਰਾਹ ਚੁਣੀਏ। ਭਾਵ ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦੇ ਦਿਸ ਅੰਧਿਆਰਾ। ਇਹ ਨਾ ਹੋਵੇ ਕਿ ਜਨਮ ਗੁਜ਼ਰ ਜਾਏ, ਰਾਹ ਅਸੀਂ ਸਵਾਰੀਏ ਨਾ, ਰਾਹ ਸਵਾਰੀਏ ਅਗਲਾ ਪਰਮਾਰਥ ਦਾ। ਹੰਕਾਰ ਨਾ ਕਰੀਏ, ਮਾਣ ਨਾ ਕਰੀਏ ਦਾਨ ਪੁੰਨ ਕਰਕੇ। ਭਾਵ ਕਿ ਬਿਨ ਹੋ ਤਿਆਗ ਕਹਾਂ ਕੂ ਤਿਆਗੀ। ਤਿਆਗਣਾ ਦਾਨ ਕੀ ਕਰਨਾ। ਦਾਨ ਦਾ ਅਰਥ ਹੁੰਦਾ ਜੀ ਛੱਡ ਦੇਣਾ। ਸਮਝਿਓ ਧਿਆਨ ਨਾਲ ਬੇਨਤੀ। ਦਾਨ ਦੀ ਪੰਜਾਬੀ ਜੋ ਅਸੀਂ ਕਰਦੇ ਹਾਂ, ਭੇਟਾਵਾਂ, ਭੇਟਾ ਦੇਣੀ, ਦਕਸ਼ਣਾ ਦੇਣੀ। ਦਾਨ ਦਾ ਅਰਥ ਹੁੰਦਾ ਛੱਡ ਦੇਣਾ, ਭੁੱਲ ਜਾਣਾ ਵੀ ਮੈਂ ਕੀਤਾ। ਕਰਾ ਮਾਲਕ ਨੇ ਭੁੱਲ ਜਾਣਾ। ਪਰ ਅਸੀਂ ਤਾਂ ਜਿੰਨਾ ਟਾਈਮ ਨਾ ਲਿਖਵਾਈਏ ਪੱਥਰਾਂ ਤੇ, ਬੰਦੇ ਨੂੰ ਯਕੀਨ ਹੀ ਨਹੀਂ ਆਉਂਦਾ ਕਿ ਮੇਰਾ ਲਿਖੀ ਨਹੀਂ ਗਿਆ। ਨਾਲੇ ਦੇਣ ਵਾਲਾ ਤਾਂ ਮਾਲਕ ਹੈ ਨਾ, ਉਹ ਦੇ ਰਿਹਾ। ਹੁਣ ਉਹਨੂੰ ਅਸੀਂ ਕੀ ਦੱਸ ਸਕਦੇ ਹਾਂ? ਉਹਨੂੰ ਅਸੀਂ ਆਪਣਾ ਨਾਮ ਦੱਸਾਂਗੇ। ਭਾਵ ਕਿ ਤਿਆਗਣੀ ਮੈਂ ਆ, ਤਿਆਗਣੀ ਹਉਮੈ ਦੀ ਮੈਲ ਹੈ। ਹੰਕਾਰ ਤਿਆਗਣਾ, ਉਹ ਛੱਡਣਾ। ਉਹਦਾ ਫਾਇਦਾ ਕੀ ਹੈ ਕਿ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨੇ ਫਲ ਜਾਤ ਤੇ ਜਉ ਕੁੰਚਰ ਇਸ਼ਨਾਨ। ਉਹਦਾ ਫਿਰ ਹਾਥੀ ਦੇ ਇਸ਼ਨਾਨ ਵਾਲਾ ਕੰਮ ਆ ਨਾ। ਨਹਾਇਆ ਤਾਂ ਨਦੀ 'ਚ ਵੜ ਕੇ, ਪਰ ਜਦੋਂ ਬਾਹਰ ਨਿਕਲਿਆ, ਬਾਹਰ ਫੇਰ ਧੂੜ ਮਿੱਟੀ ਉੱਪਰ ਡੇਗ ਲਈ ਚੱਕ ਕੇ ਉਹਨੂੰ ਸੁਣਨ ਦੇ ਨਾਲ। ਇਸੇ ਤਰ੍ਹਾਂ ਜੋ ਗਰਦਵ ਭਸਮ ਸੰਗੀਤ, ਗਧੇ ਦੀ ਪ੍ਰੀਤ ਰਾਖ ਨਾਲ, ਰੇਤੇ ਨਾਲ, ਉਹ ਲਿਟੂਗਾ ਵਿੱਚ ਉਹਦੇ। ਉਹ ਕਰਮ ਨਾ ਹੋਵੇ ਬੰਦੇ ਦਾ। ਤਿਆਗ ਬਿਨ ਹੋ ਤਿਆਗ ਕਹਾਂ ਕੂ ਤਿਆਗੀ। ਜੇ ਮੈਂ ਨਹੀਂ ਨਾ ਛੱਡੀ ਤਾਂ ਗੁਰਮੁਖੋ ਸਾਡਾ ਦਾਨ ਪੁੰਨ ਕੀਤਾ ਹੋਇਆ ਕਿਸੇ ਕੰਮ ਦਾ ਨਹੀਂ। ਦਾਨ ਦੇ ਅਰਥ ਨੇ ਛੱਡ ਦੇਣਾ। ਪਰ ਇੱਥੇ ਜਿੰਨਾ ਟਾਈਮ ਵੀ ਆ ਮੈਂ ਕੀਤਾ, ਇਹ ਮੈਂ ਕਰਵਾਇਆ, ਐਵੇਂ ਬੰਦਾ ਸਾਰੀ ਜ਼ਿੰਦਗੀ ਕਰਦਾ ਰਹਿੰਦਾ। ਗੁਰਮੁਖੋ ਬੜੀ ਦੁਨੀਆ ਆਈ, ਧਨ ਭੂਮਿਕਾ ਜੋ ਕਰੈ ਮਾਨ ਸੋ ਮੂਰਖ ਅੰਧਾ ਗਿਆਨ। ਬੜੀ ਦੁਨੀਆ ਆ ਰਹੀ ਆ, ਜਾ ਰਹੀ ਆ। ਪਤਾ ਨਹੀਂ ਕਿੱਡੇ ਕਿੱਡੇ ਜਿਨ੍ਹਾਂ ਦੀ ਜੁਗਾਂ ਦੀ ਉਮਰ ਸੀਗੀ, ਬੜਾ ਕੁਛ ਦਾਨ ਕਰਨ ਵਾਲੇ ਤੁਰ ਗਏ। ਤਾਂ 4 ਛੱਲੜ ਦਾਨ ਕਰਕੇ ਗੁਰਮੁਖੋ ਮਨ ਵਿੱਚ ਹੰਕਾਰ ਮਾਣ ਹੈ। ਕਰੀਏ ਪਰ ਮਾਣ ਨਹੀਂ, ਹੰਕਾਰ ਨਹੀਂ। ਜਬ ਕਸ ਨਾ ਸੀਓ ਤਬ ਕਿਆ ਕਰਤਾ, ਕਬਰ ਕਰਮ ਕਰ ਆਇਆ। ਉਹ ਚੇਤਾ ਰੱਖੀਏ। ਤੇ ਬਾਪੂ ਕਹਿੰਦਾ ਰਾਮ ਨਾਮ ਮਨ ਵੇਦਿਆ, ਗੁਰ ਦੀਆ ਸੱਚ ਦਾਨ। ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਵਿੰਨਿਆ ਗਿਆ ਹੈ, ਕਹਿੰਦੇ ਉਹਨਾਂ ਦੇ ਅੰਦਰੋਂ ਹੰਕਾਰ ਤੋੜ ਦਿੱਤਾ ਹੈ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਦਾਨ ਹੈ। ਉਹ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਸੱਚੇ ਨਾਮ ਦਾ ਦਾਨ ਪ੍ਰਾਪਤ ਹੋਇਆ। ਮੰਗੋ ਦਾਨ ਠਾਕੁਰ ਨਾਮ, ਆ ਵੀ ਨਾਲੇ ਆ। ਮੰਗੋ ਦਾਨ ਠਾਕੁਰ ਨਾਮ, ਪਰਮੇਸ਼ਰ ਦਾ ਨਾਮ ਮੰਗੀਏ। ਆ ਰਹੇ ਆ, ਕਰ ਰਹੇ ਆ, ਕਮਾ ਰਹੇ ਆ ਕਰਮ। ਇੱਕ ਨਾਮ ਦੀ ਦਾਤ ਮਿਲ ਜਾਏ, ਹੋਰ ਕੁਛ ਨਹੀਂ। ਇਹਦੇ ਨਾਲੇ ਬੇੜੇ ਪਾਰ ਲੰਘਣੇ ਨੇ ਜੀ। ਆਓ ਇੱਥੇ ਸਮਾਪਤੀ ਹੈ। ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰਿਆ ਕਰੋ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ।
ਚੰਗਿਆਈਆਂ ਬੁਰਿਆਈਆਂ ਗੱਜ ਕੇ ਬਈ ਕਰਮੀ ਆਪੋ ਆਪਣੀ ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।